ਸਨਮਾਨਯੋਗ ਸਾਧ ਸੰਗਤ ਜੀਓ, ਪਿਛਲੀ ਬੀਤੀ 9 ਤਰੀਕ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਸੀ। ਅੱਜ ਆਪਾਂ ਉਸ ਦੇ ਸੰਬੰਧ ਵਿੱਚ ਹੀ ਗੱਲਬਾਤ ਕਰਨੀ ਆਖ ਲਈਏ, ਕਥਾ ਕਰਨੀ ਆਖ ਲਈਏ। ਇੱਕ ਕਵੀ ਹੋਏ ਨੇ ਜਿਨ੍ਹਾਂ ਦਾ ਨਾਮ ਗਿਆਤ ਨਹੀਂ, ਉਹ ਇਹ ਗੱਲ ਆਖਦੇ ਨੇ, ਵਤਨਾਂ ਦੇ ਉੱਤੋਂ ਸਰਬੰਸ ਨੂੰ ਲੁਟਾ ਗਿਆ, ਜਿੰਦ ਦੇ ਕੇ ਕੌਮ ਦੀ ਜੋ ਜ਼ਿੰਦਗੀ ਬਣਾ ਗਿਆ। ਕੌਣ ਸੀ ਉਹ, ਕੌਣ ਸੀ ਉਹ, ਕੌਣ ਸੀ ਉਹ? ਆਪਾਂ ਸਭਨਾਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਆਪਣਾ ਸਰਬੰਸ ਵਤਨ ਦੇ ਲੇਖੇ ਲਾਇਆ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਵਤਨ ਦੇ ਲੇਖੇ ਲਾਈ, ਉਹ ਸਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹਨਾਂ ਦਾ ਇੱਕ ਹਜ਼ੂਰੀ ਕਵੀ ਹੋਇਆ ਹੈ ਜੀ, ਉਸ ਦਾ ਨਾਂ ਸੀ ਅੰਮ੍ਰਿਤ ਰਾਏ। ਉਹ ਲਿਖਦਾ ਹੈ ਕਿ ਜਿਹੜੇ ਕਵੀ ਜਨ ਹੁੰਦੇ ਨੇ, ਉਹਨਾਂ ਦੀ ਕਵਿਤਾ ਦੇ ਅੰਦਰ 9 ਪ੍ਰਕਾਰ ਦਾ ਰਸ ਹੁੰਦਾ ਹੈ, 9 ਤਰ੍ਹਾਂ ਦਾ। ਉਹਦੇ ਵਿੱਚੋਂ ਅਸੀਂ ਅੱਜ ਸੰਖੇਪ ਜੀ ਗੱਲ ਕਰਨੀ ਹੈ 2 ਰਸਾਂ ਦੀ। ਇੱਕ ਰਸ ਹੈ ਸ਼ਾਂਤ ਰਸ ਤੇ ਦੂਸਰਾ ਰਸ ਹੈ ਵੈਰਾਗ ਰਸ। ਕਵੀ ਅੰਮ੍ਰਿਤ ਰਾਏ ਗੱਲ ਆਖਦੇ ਨੇ ਕਿ ਕਿਸੇ ਬੜੇ ਵੱਡੇ ਮਹਾਨ ਕਵਿਤਾ ਦੇ ਰਚਨ ਵਾਲੇ ਕਵੀ ਦੀ ਕਵਿਤਾ ਵਿੱਚੋਂ 9 ਪ੍ਰਕਾਰ ਦੇ ਰਸ ਮਿਲਦੇ ਨੇ, ਨਹੀਂ ਤੇ ਹਰ ਕਵਿਤਾ ਵਿੱਚ 9 ਪ੍ਰਕਾਰ ਦੇ ਰਸ ਨਹੀਂ ਹੁੰਦੇ। ਕਿਸੇ ਵਿੱਚ 1, ਕਿਸੇ 'ਚ 2 ਜਾਂ ਇਸ ਤੋਂ ਵੱਧ ਘੱਟ। ਪਰ ਉਹ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਪਵਿੱਤਰ ਸ਼ਖਸੀਅਤ ਹੈ, ਉਹਦੇ ਵਿੱਚੋਂ 9 ਪ੍ਰਕਾਰ ਦੇ ਰਸ ਝਰਨਿਆਂ ਦੀ ਤਰ੍ਹਾਂ ਝਰਦੇ ਨੇ, ਉਹਨਾਂ ਦੀ ਸ਼ਖਸੀਅਤ ਵਿੱਚੋਂ। ਜੇ ਆਪਾਂ ਉਹਨਾਂ ਦੇ ਸ਼ਾਂਤ ਰਸ ਦੀ ਗੱਲ ਕਰੀਏ, ਉਹ ਕਿੰਨੇ ਸ਼ਾਂਤ ਸੁਭਾਅ ਦੇ ਮਾਲਕ ਸਨ। ਭਾਵੇਂ ਸਾਨੂੰ ਉਹਨਾਂ ਦਾ ਜੀਵਨ ਪੜ੍ਹਦਿਆਂ, ਲੋਕਾਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਵੇਖਦਿਆਂ ਇਸ ਤਰ੍ਹਾਂ ਹੀ ਮਹਿਸੂਸ ਹੁੰਦਾ ਹੈ ਕਿ ਉਹ ਹਰ ਵਕਤ ਘੋੜੇ 'ਤੇ ਚੜ੍ਹੇ ਰਹਿੰਦੇ ਨੇ, ਨੰਗੀ ਕਿਰਪਾਨ ਹੱਥ 'ਚ ਹੁੰਦੀ ਏ, ਅੱਗੇ ਪਿੱਛੇ ਹਜ਼ਾਰਾਂ ਲੋਕ ਸਿੱਖ ਫੌਜਾਂ ਤੇ ਦੂਸਰੀਆਂ ਫੌਜਾਂ ਵੇਖਣ ਨੂੰ ਮਿਲਦੀਆਂ ਨੇ। ਉਹਨਾਂ ਦੇ ਜੀਵਨ 'ਚ ਸ਼ਾਂਤੀ ਕਿੱਥੇ ਹੋਏਗੀ? ਪਰ ਇਸ ਸਭ ਕਾਸੇ ਦੇ ਬਾਵਜੂਦ ਜਿੰਨੇ ਉਹ ਸ਼ਾਂਤ ਵੇਖੇ ਗਏ ਨੇ, ਦੁਨੀਆ ਦਾ ਕੋਈ ਪੀਰ ਪੈਗੰਬਰ ਇੰਨਾ ਸ਼ਾਂਤ ਨਹੀਂ ਵੇਖਿਆ ਗਿਆ। ਉਹ ਮਹਾਨ ਸ਼ਾਂਤੀ ਦਾ ਸਾਗਰ ਸਨ। ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ 9 ਸਾਲਾਂ ਦੀ ਉਮਰ ਸੀ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸਨ। 9 ਸਾਲਾਂ ਦੀ ਉਮਰ ਹੋਵੇ ਤੇ ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ ਹੱਥਾਂ ਵਿੱਚ ਹੋਵੇ
ਤੇ ਉਹ ਵਿਅਕਤੀ ਸ਼ਾਂਤ ਰਵੇ। ਇੱਥੋਂ ਉਹਨਾਂ ਦਾ ਸ਼ਾਂਤ ਰਸ ਨਜ਼ਰ ਆਉਂਦਾ ਹੈ। ਉਹਨਾਂ ਨੇ ਆਪਣੇ ਪਿਤਾ ਜੀ ਦਾ ਕੱਟਿਆ ਹੋਇਆ ਸੀਸ ਆਪਣੇ ਹੱਥਾਂ ਵਿੱਚ ਲੈ ਕੇ ਇੰਨੀ ਸ਼ਾਂਤੀ ਦੇ ਨਾਲ ਸੰਗਤ ਨੂੰ ਸੰਬੋਧਨ ਕੀਤਾ ਸੀ ਉਸ ਦਿਨ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਸਰੀਰ ਤਾਂ ਹਮੇਸ਼ਾ ਹੀ ਬਿਨਸਨਹਾਰ ਹੈ। ਪਿਤਾ ਜੀ ਦਾ ਸਰੀਰ ਗਿਆ, ਸਾਡੇ ਸਭਨਾਂ ਦੇ ਚਲੇ ਜਾਣੇ ਨੇ, ਲੇਕਿਨ ਜੋ ਕਾਰਨਾਮਾ ਉਹ ਕਰ ਗਏ, ਉਹੋ ਜਿਹਾ ਕਾਰਨਾਮਾ ਕੋਈ ਹੋਰ ਨਹੀਂ ਕਰ ਸਕਦਾ। ਕਾਰਨਾਮਾ ਬੜਾ ਹੀ ਅਚਰਜ ਹੈ। ਜਨੇਊ ਪਾਉਂਦੇ ਨਹੀਂ, ਬੋਦੀ ਰੱਖਦੇ ਨਹੀਂ, ਧੋਤੀ ਬੰਨ੍ਹਦੇ ਨਹੀਂ, ਲੇਕਿਨ ਉਹਦੇ ਲਈ ਸ਼ਹੀਦ ਹੋਏ ਨੇ। ਇੰਨੀ ਸ਼ਾਂਤੀ ਵਿੱਚ ਰਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਦਿਨ ਦਾ ਭਾਸ਼ਣ ਦਿੱਤਾ ਕਿ ਸਾਨੂੰ ਹੁਣ ਕੁਝ ਕਰਨ ਦੀ ਜ਼ਰੂਰਤ ਹੈ। ਇਹ ਜਰਵਾਣੇ ਲੋਕ ਭੁੱਖੇ ਭੇੜੀਆਂ ਵਾਂਗੂ ਜੀਵਾਂ ਨੂੰ ਨਿਗਲ ਰਹੇ ਨੇ, ਉਹਨਾਂ ਨੂੰ ਰੋਕਣ ਦੀ ਜ਼ਰੂਰਤ ਹੈ। ਜੇ ਆਪਾਂ ਉਹਨਾਂ ਦਾ ਜੀਵਨ ਵੇਖੀਏ, ਜਦੋਂ 1704 ਵਿੱਚ ਅਨੰਦਪੁਰ ਸਾਹਿਬ ਨੂੰ ਛੱਡਦੇ ਨੇ, ਉਹਨਾਂ ਰਾਜਿਆਂ ਦੀਆਂ, ਹਿੰਦੂ ਪਹਾੜੀ ਰਾਜਿਆਂ ਦੀਆਂ ਗਊਆਂ ਦੀਆਂ ਕਸਮਾਂ, ਕੁਰਾਨ ਦੀਆਂ ਕਸਮਾਂ, ਅਨੰਦਪੁਰ ਛੱਡ ਦਿੱਤਾ। ਸਰਸਾ ਦੀ ਨਦੀ ਤੇ ਘਮਸਾਣ ਦਾ ਯੁੱਧ ਹੋਇਆ। ਇਹ ਉਹਨਾਂ ਦੀ ਸ਼ਾਂਤੀ ਦਾ ਇੱਕ ਨਮੂਨਾ ਹੈ ਜੀ, ਕਿ ਪਿੱਛੇ ਤਲਵਾਰ ਤੇ ਤਲਵਾਰ ਖੜਕ ਰਹੀ ਏ ਤੇ ਅੱਗੇ ਉਹ ਬੈਠੇ ਆਸਾ ਕੀ ਵਾਰ ਦਾ ਕੀਰਤਨਕਾਰੀ ਆ ਸੁਣ ਰਹੇ ਨੇ। ਹੈ ਕੋਈ ਇਹੋ ਜਿਹੀ ਦੁਨੀਆ ਵਿੱਚ ਮਿਲਦੀ ਮਿਸਾਲ? ਅਸੀਂ ਇੱਥੇ ਜਰਾ ਕਿ ਜਿੰਨਾ ਕੋਈ ਬੱਚਾ ਹੀ ਰੋ ਪਵੇ, ਸਾਡੀ ਸੁਰਤ ਟੁੱਟ ਜਾਂਦੀ ਏ, ਮਨ ਉਖੜ ਜਾਂਦਾ ਹੈ। ਲੇਕਿਨ ਉਸ ਪਾਸੇ ਵੱਡੇ ਵੱਡੇ ਯੋਧੇ ਸੂਰਮੇ ਤਲਵਾਰਾਂ ਦੇ ਫੱਟ ਖਾ ਕੇ ਘੋੜਿਆਂ ਤੋਂ ਥੱਲੇ ਡਿੱਗ ਰਹੇ ਨੇ, ਪਰ ਇੱਕ ਪਾਸੇ ਸ਼ਾਂਤੀ ਵਿੱਚ ਬੈਠਾ ਹੋਇਆ ਉਹ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜੇ ਹੋਏ ਨੇ। ਕਿੰਨੀ ਸ਼ਾਂਤੀ ਹੈ ਉਹਨਾਂ ਦੇ ਜੀਵਨ ਦੇ ਅੰਦਰ। ਚਮਕੌਰ ਸਾਹਿਬ ਅੱਪੜ ਗਏ, ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਜਾਨ ਤੋਂ ਪਿਆਰੇ ਸਿੱਖ ਸ਼ਹੀਦ ਹੁੰਦੇ ਵੇਖੇ ਨੇ। ਵੱਡੇ ਦੋ ਸਾਹਿਬਜ਼ਾਦੇ ਆਪ ਉਹਨਾਂ ਨੂੰ ਤਿਆਰ ਕਰਕੇ ਮੈਦਾਨ ਵਿੱਚ ਭੇਜਿਆ ਹੈ, ਤੇ ਜਦੋਂ ਉਹ ਸਾਹਮਣੇ ਸ਼ਹੀਦ ਹੁੰਦੇ ਨਜ਼ਰ ਆਉਂਦੇ ਨੇ, ਸੈਂਕੜੇ ਕਾਨੀਆਂ ਖਾ ਕੇ, ਤੇ ਆਪ ਜਕਾਰੇ ਛੱਡਦੇ ਨੇ। ਹੈ ਕਿਤੇ ਮਿਸਾਲ ਮਿਲਦੀ ਇਹੋ ਜਿਹੀ ਸ਼ਾਂਤੀ ਦੀ, ਇਹੋ ਜਿਹੀ ਸੂਰਬੀਰਤਾ ਦੀ? ਮਾਲਵੇ ਵਿੱਚ ਪਹੁੰਚੇ ਨੇ ਤੇ ਖਬਰ ਮਿਲੀ ਏ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦ ਹੋ ਗਏ ਨੇ। ਕਿੰਨੇ ਸ਼ਾਂਤ ਰਹੇ। ਭਾਵੇਂ ਉਹਨਾਂ ਦਾ ਦਿਲ ਪੱਥਰ ਦਾ ਨਹੀਂ ਸੀ, ਸਾਡੇ ਵਰਗਾ ਹੀ ਦਿਲ ਸੀ। ਸਾਡੇ ਵਾਂਗੂ ਹੀ ਉਹ ਕਿਸੇ ਦੇ ਪੁੱਤਰ ਸਨ ਤੇ ਕਿਸੇ ਦੇ ਪਿਤਾ ਸਨ, ਪਰ ਇੱਕ ਅੱਥਰੂ ਵੀ ਨਹੀਂ ਅੱਖਾਂ ਚੋਂ ਬਹਾਇਆ। ਇੰਨੀ ਵੱਡੀ ਸ਼ਾਂਤੀ ਉਹਨਾਂ ਦੇ ਅੰਦਰ। ਦਮਦਮੇ ਸਾਹਿਬ ਪਹੁੰਚੇ, ਮਾਤਾ ਜੀ ਦਿੱਲੀ ਤੋਂ ਆਏ, ਸਾਹਿਬਜ਼ਾਦਿਆਂ ਨੂੰ ਕੋਲ ਨਾ ਵੇਖ ਕੇ ਉਹਨਾਂ ਨੇ ਪੁੱਛਿਆ ਸੀ, ਸਾਹਿਬਜ਼ਾਦੇ ਕਿੱਥੇ ਨੇ? ਕਿੰਨੇ ਸ਼ਾਂਤ ਸੁਭਾਅ ਵਿੱਚ ਇਹ ਬਚਨ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ। ਇਹ ਗੱਲ ਜੀ ਆਖੀ ਜਾ ਸਕਦੀ ਹੈ, ਪੁੱਤਰ ਮਰਿਆ ਹੋਵੇ ਤੇ ਆਖੀਏ ਕੀ ਹੋ ਗਿਆ। ਉਹਨਾਂ ਦੇ 4 ਸ਼ਹੀਦ ਹੋਏ ਨੇ, ਆਖਦੇ ਨੇ ਫਿਰ ਕੀ ਹੋਇਆ। ਜੀਵਤ ਕਈ ਹਜ਼ਾਰ। ਇੰਨੀ ਵੱਡੀ ਮਹਾਨ ਸ਼ਾਂਤੀ ਉਹਨਾਂ ਦੇ ਸੀਨੇ ਦੇ ਵਿੱਚ ਸੀ। ਉਹ ਪਰਬਤ ਵਾਂਗੂ ਅਡੋਲ ਸਨ,
ਤੇ ਸਮੁੰਦਰ ਦੀ ਹੇਠਲੀ ਸਤ੍ਹਾ ਵਾਂਗੂ ਉਹ ਟਿਕੇ ਹੋਏ ਸਨ, ਸ਼ਾਂਤ ਸਨ। ਇੱਕ ਛੋਟਾ ਜਿਹਾ ਉਹਨਾਂ ਦੇ ਜੀਵਨ ਵਿੱਚੋਂ ਮਾਇਆ ਤੋਂ ਨਿਰਲੇਪਤਾ, ਜਿਸ ਨੂੰ ਆਪਾਂ ਵੈਰਾਗ ਆਖਦੇ ਹਾਂ, ਉਸ ਦੀ ਵੀ ਝਲਕੀ ਛੋਟੀ ਜੀ ਆਪ ਦੇ ਸਾਹਮਣੇ ਰੱਖਣਾ ਚਾਹੁੰਦਾ। ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਉਹਨਾਂ ਦੇ ਦਰਬਾਰ ਵਿੱਚ ਵੀ ਇਸ ਤਰ੍ਹਾਂ ਗੋਲਕ ਹੁੰਦੀ ਸੀ ਜੀ, ਉਹਦੇ ਵਿੱਚੋਂ ਸਾਰੀ ਮਾਇਆ ਕਢਵਾ ਲਈ। ਜਿੰਨੇ ਕੱਪੜੇ ਲੀੜੇ ਸੰਗਤ ਨੇ ਲਿਆ ਕੇ ਉੱਥੇ ਭੇਟਾ ਕੀਤੇ ਸਨ, ਉਹ ਵੀ ਚੁਕਵਾ ਲਏ ਤੇ ਆਖਿਆ ਬਾਹਰ ਲੈ ਚੱਲੋ ਚੁਰਾਹੇ ਵਿੱਚ। ਇਹ ਸਾਰੀ ਮਾਇਆ, ਸਭ ਕੱਪੜਾ ਲੀੜਾ ਚੁਰਾਹੇ ਤੇ ਲਿਜਾ ਕੇ ਤੇ ਮਹਾਰਾਜ ਜੀ ਨੇ ਬਚਨ ਕੀਤਾ, ਇਹਨੂੰ ਅੱਗ ਲਾ ਦਿਓ। ਲਾ ਦਿੱਤੀ ਗਈ ਜੀ। ਕੌਣ ਸੀ ਜਿਹੜਾ ਬਚਨ ਨਾ ਮੋੜੇ, ਜਿਹੜਾ ਬਚਨ ਮੋੜੇ? ਅੱਗ ਲਾ ਦਿੱਤੀ ਗਈ, ਉਹ ਸਭ ਕੁਝ ਸੜ ਕੇ ਰਾਖ ਹੋ ਗਿਆ, ਵਿੱਚ ਹੀ ਮਾਇਆ। ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਤੁਸੀਂ ਇਹ ਸਭ ਕਿਉਂ ਮਾਇਆ ਨੂੰ ਅੱਗ ਲਗਵਾ ਦਿੱਤੀ, ਕੱਪੜੇ ਲੀੜੇ ਸਭ ਸੜਵਾ ਦਿੱਤੇ, ਕਾਹਦੇ ਲਈ? ਗੁਰੂ ਜੀ ਨੇ ਕਿੰਨਾ ਸੋਹਣਾ ਸਾਨੂੰ ਉਪਦੇਸ਼ ਬਖਸ਼ਿਆ। ਉਹ ਉਪਦੇਸ਼ ਸਾਡੇ ਸਭਨਾਂ ਲਈ ਹੈ। ਰਹਿੰਦੀ ਦੁਨੀਆ ਤੱਕ ਉਪਦੇਸ਼ ਸੱਚਾ ਰਹੇਗਾ ਤੇ ਸਾਨੂੰ ਸਭਨਾਂ ਨੂੰ ਉਸ ਉਪਦੇਸ਼ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਸੀ, ਇਹ ਜਿਹੜੀ ਗੋਲਕ ਦੀ ਮਾਇਆ ਏ, ਇਹ ਜ਼ਹਿਰ ਵਰਗੀ ਏ। ਤੁਸੀਂ ਸਾਰੇ ਮੇਰੇ ਬੱਚੇ ਹੋ। ਕੋਈ ਮਾਂ ਇਸ ਤਰ੍ਹਾਂ ਦੀ ਹੈ ਦੁਨੀਆ ਵਿੱਚ, ਜਿਹੜੀ ਮਾਂ ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਜ਼ਹਿਰ ਦਿੰਦੀ ਹੋਵੇ? ਤੁਸੀਂ ਆਖਿਆ ਕਿ ਇਹਨੂੰ ਸੜਵਾਉਣਾ ਨਹੀਂ ਸੀ, ਅੱਗ ਨਹੀਂ ਸੀ ਲਵਾਉਣੀ, ਤੁਸੀਂ ਵੰਡ ਦਿੰਦੇ ਸਿੱਖਾਂ ਵਿੱਚ। ਮੈਂ ਕਿਵੇਂ ਵੰਡ ਦਿੰਦਾ? ਮੈਂ ਆਪਣੇ ਬੱਚਿਆਂ ਨੂੰ ਜ਼ਹਿਰ ਕਿਵੇਂ ਦੇ ਦਿੰਦਾ? ਅੱਜ ਉਹਨਾਂ ਲੋਕਾਂ ਨੂੰ ਗੁਰੂ ਮਹਾਰਾਜ ਜੀ ਦੇ ਸਿੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਨ੍ਹਾਂ ਦੀ ਨਿਗਾਹ ਗੋਲਕ ਉੱਤੇ ਹੁੰਦੀ ਹੈ। ਉਹ ਕੋਈ ਵੀ ਹੋਵੇ, ਦੁਨੀਆ ਦਾ ਕੋਈ ਵੀ ਸਿੱਖ ਹੋਵੇ, ਜਿਹਦੀ ਨਿਗਾਹ ਗੋਲਕ ਉੱਤੇ ਹੈ, ਉਹ ਆਤਮਕ ਮੌਤ ਤੇ ਮਰੇਗਾ, ਕਿਉਂਕਿ ਇਹ ਜ਼ਹਿਰ ਹੈ। ਗੁਰੂ ਜੀ ਨੇ ਆਖਿਆ ਸੀ। ਇੱਕ ਸਿੱਖ ਨੇ ਹਿੰਮਤ ਕੀਤੀ, ਗੁਰੂ ਮਹਾਰਾਜ ਜੀ ਦੇ ਕੋਲ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜੇ ਸੱਚਮੁੱਚ ਇਹ ਮਾਇਆ, ਇਹ ਜੋ ਚੜਾਵੇ ਚੜ੍ਹਦੇ ਨੇ, ਜ਼ਹਿਰ ਦੇ ਤੁੱਲ ਨੇ, ਤੇ ਫਿਰ ਤੁਸੀਂ ਲੈਂਦੇ ਕਿਉਂ ਜੀ? ਜਵਾਬ ਦੇ ਦਿਓ ਸਿੱਖ ਸੰਗਤਾਂ ਨੂੰ। ਗੁਰੂ ਜੀ ਨੇ ਅਗਲਾ ਬਚਨ ਹੋਰ ਵੀ ਕਮਾਲ ਦਾ ਆਖਿਆ। ਆਖਣ ਲੱਗੇ, ਇੱਕ ਤੇ ਹੁੰਦਾ ਦਾਨ ਲੈਣਾ। ਜਿਹੜਾ ਆਪਾਂ ਦਾਨ ਲੈਂਦੇ ਹਾਂ, ਉਹ ਦਾਨ ਕਦੀ ਸਾਨੂੰ ਵਾਪਸ ਕਰਨਾ ਪੈਂਦਾ ਹੈ, ਵਾਪਸ ਦੇਣਾ ਪੈਂਦਾ ਹੈ। ਕਿਸੇ ਤੋਂ ਲਈ ਹੋਈ ਚੀਜ਼ ਉਹਨੂੰ ਮੋੜਨੀ ਪੈਂਦੀ ਹੈ, ਚਾਹੇ ਇਸ ਜਨਮ, ਚਾਹੇ ਹੋਰ ਕਦੀ ਕਿਸੇ ਵਕਤ। ਇੱਕ ਹੁੰਦਾ ਕਿਸੇ ਦੀ ਅਮਾਨਤ ਲੈ ਕੇ ਕੋਲ ਰੱਖਣਾ। ਜਿਹੜਾ ਬੰਦਾ ਕਿਸੇ ਦੀ ਅਮਾਨਤ ਲੈ ਕੇ ਆਪਣੇ ਕੋਲ ਰੱਖਦਾ ਏ, ਵੇਖਣ ਵਾਲਿਆਂ ਨੂੰ ਉਹ ਲੈਂਦਾ ਹੀ ਲੱਗਦਾ ਹੈ ਕਿ ਉਹਦੇ ਤੋਂ ਪੈਸੇ ਲੈ ਰਿਹਾ ਹੈ, ਲੇਕਿਨ ਉਹ ਲੈ ਨਹੀਂ ਕੁਛ ਰਿਹਾ ਹੁੰਦਾ। ਸਗੋਂ ਜਿਸ ਦੀ ਅਮਾਨਤ ਹੈ, ਉਸ ਦੇ ਉੱਤੇ ਉਪਕਾਰ ਕਰ ਰਿਹਾ ਹੁੰਦਾ ਹੈ ਕਿ ਉਸ ਦੀ ਅਮਾਨਤ ਨੂੰ ਉਹ ਸੰਭਾਲ ਕੇ ਰੱਖੇਗਾ। ਜਦੋਂ ਉਹਨੂੰ ਜ਼ਰੂਰਤ ਪਵੇਗੀ, ਅਮਾਨਤ ਵਾਲਾ ਆ ਕੇ ਮੰਗੇਗਾ ਕਿ ਉਹਨੂੰ ਵਾਪਸ ਕਰ ਦੇਵੇਗਾ ਇਮਾਨਦਾਰੀ ਨਾਲ। ਪੁਰਾਣੇ ਸਮੇਂ ਵਿੱਚ ਜੀ ਆਮ ਲੋਕ, ਉਦੋਂ ਬੈਂਕ ਵਗੈਰਾ ਤੇ ਨਹੀਂ ਸਨ ਨਾ ਹੁੰਦੇ, ਤੇ ਆਮ ਲੋਕ ਆਪਣੀਆਂ ਅਮਾਨਤਾਂ, ਚਾਹੇ ਉਹ ਮਾਇਆ ਹੋਵੇ, ਚਾਹੇ ਕੋਈ ਗਹਿਣਾ ਗੱਟਾ ਹੋਵੇ, ਕੁਝ ਇਸ ਤਰ੍ਹਾਂ ਦੀ ਕੀਮਤੀ ਵਸਤੂ ਹੋਵੇ, ਤੇ ਉਹ ਘਰ ਵਿੱਚ ਰੱਖਣ ਤੋਂ ਡਰਿਆ ਕਰਦੇ ਸਨ ਵੀ ਕੋਈ ਚੁਰਾ ਕੇ ਨਾ ਲੈ ਜਾਏ। ਤੇ ਉਹ ਸ਼ਾਹੂਕਾਰਾਂ ਕੋਲ ਆਪਣੀ ਅਮਾਨਤ ਜਮ੍ਹਾਂ ਕਰਾ ਆਉਂਦੇ ਸਨ।
ਤੇ ਸ਼ਾਹੂਕਾਰ ਥੋੜ੍ਹਾ ਬਹੁਤਾ ਉਹਦੇ ਇਵਜ਼ ਵਿੱਚ ਕੁਝ ਲੈਂਦੇ ਹੁੰਦੇ ਸਨ ਤੇ ਉਹਨਾਂ ਦੀ ਇਮਾਨਤ ਸੰਭਾਲ ਕੇ ਰੱਖਦੇ ਸਨ। ਤੇ ਉਦੋਂ ਬੜੀ ਇਮਾਨਦਾਰੀ ਸੀ। ਜਦੋਂ ਵੀ ਕੋਈ ਆਪਣੀ ਇਮਾਨਤ ਆ ਕੇ ਮੰਗੇਗਾ ਤੇ ਸ਼ਾਹੂਕਾਰ ਉਸੇ ਵੇਲੇ ਉਹਨੂੰ ਦੇ ਦੇਵੇਗਾ, ਜਾਂ ਤੇਰੀ ਚੀਜ਼ ਮੈਂ ਸੰਭਾਲ ਕੇ ਰੱਖੀ ਸੀ, ਆਪਣੀ ਲੈ ਜਾ। ਗੁਰੂ ਜੀ ਆਖਣ ਲੱਗੇ, ਇੱਥੇ ਜੋ ਕੁਝ ਵੀ ਤੁਸੀਂ ਲਿਆ ਕੇ ਰੱਖਦੇ ਹੋ ਨਾ, ਇਹ ਤੇ ਮੈਂ ਤੁਹਾਡੀ ਇਮਾਨਤ ਸੰਭਾਲ ਕੇ ਰੱਖਦਾ ਹਾਂ। ਜਦੋਂ ਤੁਹਾਨੂੰ ਲੋੜ ਪੈਗੀ ਮੇਰੇ ਤੋਂ ਆ ਕੇ ਮੰਗ ਲਿਆ ਜੀ, ਮੈਂ ਤੁਹਾਨੂੰ ਵਾਪਸ ਕਰ ਦਿਆਂਗਾ। ਇੱਥੋਂ ਖਾਣਾ ਨਹੀਂ ਕੁਝ, ਇਸ ਗੋਲਕ ਵਿੱਚੋਂ ਜਿੰਨੇ ਵੀ ਕਿਸੇ ਨੇ ਕੁਝ ਖਾਧਾ ਏ ਉਹਨੂੰ ਉਹ ਪਚਿਆ ਨਹੀਂ, ਕਦੀ ਵੀ ਨਹੀਂ ਪਚਿਆ, ਅੱਗੇ ਵੀ ਨਹੀਂ ਪਚਣਾ। ਭਾਵੇਂ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਕੋਈ ਗੱਲ ਨਹੀਂ, ਫਲਾਣੇ ਨੇ ਖਾ ਲਿਆ। ਮੈਂ ਵੇਖਿਆ ਜੀ ਦਿੱਲੀ ਵਿੱਚ ਇੱਕ ਬੰਦਾ ਪਾਗਲ ਹੋਇਆ। ਚਲੋ ਇਹੋ ਜਿਹੀਆਂ ਗੱਲਾਂ ਆਪਾਂ ਜੇ ਨਾ ਵੀ ਕਰੀਏ ਤੇ ਗੱਲ ਇਹ ਸਮਝਣ ਵਾਲੀ ਏ ਵੀ ਗੁਰੂ ਮਹਾਰਾਜ ਕਿੰਨੇ ਵਿਰਾਗ ਤੇ ਤਿਆਗ ਦੇ ਮਾਲਕ ਸਨ। ਆਨੰਦਪੁਰ ਛੱਡਿਆ, ਲੇਕਿਨ ਜਰਾ ਜਿੰਨਾ ਵੀ ਪਿੱਛਾ ਮੁੜ ਕੇ ਨਹੀਂ ਵੇਖਿਆ। ਪਿਤਾ ਜੀ ਨੇ ਜਗ੍ਹਾ ਖਰੀਦੀ ਸੀ, ਮੁੱਲ ਲੈ ਕੇ ਉਹ ਜਗ੍ਹਾ ਖਰੀਦ ਕੇ ਸ਼ਹਿਰ ਵਸਾਇਆ ਸੀ। ਸੋਹਣੇ ਕਿਲੇ ਬਣਵਾਏ ਸਨ, ਸੋਹਣੇ ਰਹਿਣ ਵਾਸਤੇ ਮਹਿਲ ਬਣਵਾਏ ਸਨ, ਜਿੱਥੇ ਉਹਨਾਂ ਦੇ 4 ਸਾਹਿਬਜ਼ਾਦੇ ਖੇਡੇ ਸਨ, ਜਿੱਥੇ ਉਹਨਾਂ ਨੇ ਸਿੱਖਾਂ ਨੂੰ ਵਿੱਦਿਆ ਪੜ੍ਹਾਈ ਸੀ, ਜਿੱਥੇ ਉਹਨਾਂ ਨੇ ਸਿੱਖਾਂ ਨੂੰ ਖੰਡੇ ਬਾਟੇ ਦੀ ਪਾਹੁਲ ਦੇ ਕੇ ਸੂਰਬੀਰ ਬਣਾਇਆ ਸੀ। ਇੰਨੀ ਪਿਆਰੀ ਆਨੰਦਾਂ ਦੀ ਪੁਰੀ, ਉਹਨੂੰ ਛੱਡਿਆ ਤੇ ਹੱਸਦਿਆਂ ਹੱਸਦਿਆਂ ਛੱਡ ਕੇ ਹੋ ਗਏ। ਕਿੰਨੇ ਨਿਰਲੇਪ ਸਾਨੂੰ ਮਾਇਆ ਦੇ ਵਿੱਚ ਰਹਿੰਦੇ ਹੋਏ ਇਸ ਤੋਂ ਵੱਖਰੇ ਸਨ। ਸੋ ਸਮਾਂ ਨਹੀਂ ਜੀ ਇਜਾਜ਼ਤ ਦਿੰਦਾ, ਆਪਾਂ ਥੋੜ੍ਹੀ ਜੀ ਗੱਲ ਉਹਨਾਂ ਦੀ ਨਾ ਜੋਤੀ ਜੋਤ ਸਮਾਉਣ ਦੇ ਸੰਬੰਧ ਵਿੱਚ ਕਰਨੀ ਹੈ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਦੋਂ ਚਮਕੌਰ ਸਾਹਿਬ ਸਨ, ਖਾਲਸੇ ਦੇ ਉਸ ਕਾਰਨਾਮੇ ਨੂੰ ਉਹਨਾਂ ਨੇ ਵੇਖਿਆ ਸੀ ਕਿ ਖਾਲਸਾ ਕਿੰਨਾ ਯੋਗ ਬਣ ਚੁੱਕਾ ਹੈ ਗੁਰੂਆਂ ਦੀ ਸਿੱਖਿਆ ਨੂੰ ਪਾ ਕੇ, ਕਿ ਉਹ ਗੁਰੂ ਦੇ ਇੱਕ ਇਸ਼ਾਰੇ ਉੱਤੇ, ਬੋਲ ਤੇ ਦੂਰ ਦੀ ਗੱਲ ਹੈ ਜੀ, ਇੱਕ ਇਸ਼ਾਰੇ ਉੱਤੇ ਆਪਣਾ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ ਗਿਆ। ਸਿੱਖਾਂ ਨੇ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚ ਸਿੱਖਾਂ ਨੂੰ ਗੁਰੂ ਹੋਣ ਦਾ ਮਾਣ ਬਖਸ਼ਿਆ ਸੀ। ਪੰਥ ਗੁਰੂ ਹੋਏਗਾ। ਆਪਣੀ ਦਸਤਾਰ ਆਪਣੇ ਸੀਸ ਤੋਂ ਕਲਗੀ ਉਤਾਰ ਕੇ ਇੱਕ ਸਿੱਖ ਭਾਈ ਮਾਨ ਸਿੰਘ ਦੇ ਸਿਰ ਉੱਤੇ ਸਜਾ ਦਿੱਤੀ ਸੀ ਤੇ ਆਖਿਆ ਸੀ, ਇਹ ਮੇਰਾ ਖਾਲਸਾ ਪੰਥ, ਇਹ ਮੇਰਾ ਗੁਰੂ ਹੈ। ਫਿਰ ਜਦੋਂ ਨੰਦੇੜ ਪਹੁੰਚ ਗਏ ਸਨ, ਜਿਹਨੂੰ ਆਪਾਂ ਅੱਜ ਕੱਲ੍ਹ ਹਜ਼ੂਰ ਸਾਹਿਬ ਆਖਦੇ ਹਾਂ, ਉੱਥੇ ਉਹਨਾਂ ਦੇ ਉੱਤੇ ਮਾਰੂ ਹਮਲਾ ਹੋਇਆ ਸੀ। ਇਤਿਹਾਸ ਲਿਖਦਾ ਹੈ ਕਿ ਸੂਬੇਦਾਰ ਵਜ਼ੀਰ ਖਾਨ ਨੇ, ਸਰਹੰਦ ਵਾਲੇ ਨੇ 2 ਪਠਾਨ ਭੇਜੇ ਸਨ, ਜਿਹੜੇ ਉੱਥੇ ਜਾਂਦੇ ਰਹੇ, ਆਪਣਾ ਵਿਸ਼ਵਾਸ ਜਿਨ੍ਹਾਂ ਨੇ ਪਹਿਲਾਂ ਬਣਾਇਆ, ਤੇ ਫਿਰ ਇੱਕ ਰਾਤ ਗੁਰੂ ਸਾਹਿਬ ਨੂੰ ਉਹਨਾਂ ਦੇ ਤੰਬੂ ਵਿੱਚ ਇਕੱਲਿਆਂ ਵੇਖ ਕੇ ਉਹਨਾਂ ਨੇ ਇਹ ਹਮਲਾ ਕੀਤਾ ਤੇ ਗੁਰੂ ਮਹਾਰਾਜ ਦੇ ਵੱਖੀ ਵਿੱਚ ਉਹਨਾਂ ਨੇ ਕਟਾਰ ਮਾਰੀ। ਗੁਰੂ ਮਹਾਰਾਜ ਜੀ ਬੜੇ ਭਾਰੀ ਜ਼ਖਮੀ ਹੋਏ। ਉਹ ਜਿਹੜਾ ਸੀ ਇੱਕ ਪਠਾਨ ਜਮਸ਼ੈਦ ਖਾਨ ਤੇ ਗੁੱਲ ਖਾਨ 2 ਸਨ। ਜਮਸ਼ੈਦ ਖਾਨ ਨੇ ਉਹ ਵਾਰ ਕੀਤਾ ਸੀ ਤੇ ਜਿਵੇਂ ਹੀ ਉਹ ਭੱਜਣ ਲੱਗਾ, ਇਤਿਹਾਸ ਕਹਿੰਦਾ ਕਿ ਗੁਰੂ ਮਹਾਰਾਜ ਦੇ ਨਾ ਖੱਬੇ ਹੱਥ ਵਿੱਚ ਉਹਦਾ ਉਹ ਕੁੜਤਾ ਆ ਗਿਆ, ਇਸ ਤਰ੍ਹਾਂ ਉਹਨੂੰ ਭੱਜਣ ਨਹੀਂ ਦਿੱਤਾ, ਤੇ ਸੱਜੇ ਹੱਥ ਨਾਲ ਆਪਣੀ ਕਿਰਪਾਨ ਫੜੀ ਤੇ ਉੱਤੇ ਵਾਰ ਕੀਤਾ ਤੇ ਉਹ ਮਾਰਿਆ ਗਿਆ। ਜਿਵੇਂ ਹੀ ਉਹ ਡਿੱਗਾ, ਉਹਦੇ ਮੂੰਹ ਵਿੱਚੋਂ ਸ਼ਬਦ ਨਿਕਲਿਆ, ਹਾਏ ਅੰਮਾ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਆਹ ਵੇਲਾ ਅੰਮਾ ਨੂੰ ਯਾਦ ਕਰਨ ਦਾ ਨਹੀਂ,
ਹੁਣ ਅੱਲਾ ਨੂੰ ਯਾਦ ਕਰ। ਕਿੰਨੇ ਪਰਉਪਕਾਰੀ ਸਨ। ਆਪਣੇ ਤੇ ਕੋਈ ਵਾਰ ਕਰਦਾ ਹੈ, ਮਾਰੂ ਹਮਲਾ ਕਰਦਾ ਹੈ, ਉਹਨੂੰ ਕਹਿ ਰਹੇ ਨੇ ਕਿ ਇਹ ਵੇਲਾ ਹੁਣ ਅੰਮਾ ਨੂੰ ਯਾਦ ਕਰਨ ਦਾ ਨਹੀਂ, ਅੱਲਾ ਨੂੰ ਯਾਦ ਕਰ, ਉਹ ਤੇਰੀ ਬੌੜੀ ਕਰੇਗਾ, ਤੇਰਾ ਭਲਾ ਕਰੇਗਾ, ਉਹਨੂੰ ਚੇਤੇ ਕਰ। ਇਹੋ ਜੀ ਮਹਾਨ ਸ਼ਖਸੀਅਤ ਸਨ। ਨਾ ਕੋ ਬੈਰੀ ਨਾ ਹੀ ਬੇਗਾਨਾ। ਹਮਲਾ ਕਰਨ ਵਾਲੇ ਨੂੰ ਵੀ ਬੇਗਾਨਾ ਤੇ ਵੈਰੀ ਨਹੀਂ ਮੰਨਿਆ, ਕਿਉਂਕਿ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਿਵਾਰ ਵਿੱਚੋਂ ਸਨ, ਉਹਨਾਂ ਦੇ ਖਾਨਦਾਨ ਵਿੱਚੋਂ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੀ ਇਹੋ ਜਿਹੇ ਸਨ। ਜਦੋਂ ਘੋੜੇ ਤੇ ਪੈਂਦੇ ਖਾਨ ਦੇ ਸਾਹਮਣੇ ਆਏ ਸਨ ਤੇ ਪੈਂਦੇ ਖਾਨ ਨੂੰ ਜਦੋਂ ਇੱਕ ਵਾਰ ਉਹਨਾਂ ਨੇ ਕੀਤਾ ਸੀ, 3 ਵਾਰ ਢਾਲ ਤੇ ਰੋਕਣ ਤੋਂ ਬਾਅਦ ਉਹ ਵੀ ਇਸ ਤਰ੍ਹਾਂ ਹੀ ਡਿੱਗਾ ਸੀ। ਧੁੱਪ ਸੀ ਉਦਣ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੀ ਢਾਲ ਦੀ ਉਹਦੇ ਮੂੰਹ ਉੱਤੇ ਛਾਂ ਕੀਤੀ ਸੀ। ਵੈਰੀ ਨਹੀਂ ਮੇਰਾ ਕੋਈ ਵੀ। ਇਹ ਤੇ ਆਇਆ ਹੈ, ਚਲੋ ਵੱਖਰੀ ਗੱਲ ਏ ਕਿ ਇਸ ਤਰ੍ਹਾਂ ਮੈਨੂੰ ਕਰਨਾ ਪਿਆ ਹੈ, ਯਾਨੀ ਆਪਣੇ ਬਚਾਅ ਲਈ। ਨਹੀਂ ਤੇ ਕੋਈ ਮੇਰਾ ਦੁਸ਼ਮਣ ਥੋੜਾ, ਮੇਰਾ ਤੇ ਪੁੱਤਰ, ਮੈਂ ਤੈਨੂੰ ਬੱਚਿਆਂ ਵਾਂਗੂ ਪਾਲਿਆ ਸੀ। ਉਹਦੇ ਮੂੰਹ ਤੇ ਛਾਂ ਕਰਕੇ ਆਖਣ ਲੱਗੇ, ਪੁੱਤਰ ਤੂੰ ਹੁਣ ਅੱਲਾ ਨੂੰ ਯਾਦ ਕਰ, ਕਿਉਂਕਿ ਉਹ ਵੀ ਮੁਸਲਮਾਨ ਸੀ। ਅੱਲਾ ਨੂੰ ਯਾਦ ਕਰ, ਅੱਲਾ ਤੇਰਾ ਭਲਾ ਕਰੇਗਾ। ਗੁਰੂ ਸਾਹਿਬ ਜੀ ਨੇ ਆਪਣੀ ਜੀਵਨ ਦੀ ਜਿਹੜੀ ਆਖਰੀ ਰਾਤ ਹੈ, ਉਸ ਤੋਂ ਪਹਿਲਾ ਜਿਹੜਾ ਦਿਨ ਹੈ, ਉਸ ਦਿਨ ਉਹਨਾਂ ਨੇ ਭਾਈ ਦਇਆ ਸਿੰਘ ਜੀ ਤੇ ਹੋਰ ਸਿੱਖਾਂ ਨੂੰ ਆਖਿਆ ਸੀ ਕਿ ਆਦਿ ਬੀੜ ਸਾਹਿਬ ਜੀ ਦਾ, ਜਿਹਨੂੰ ਆਪਾਂ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ, ਪ੍ਰਕਾਸ਼ ਕੀਤਾ ਜਾਏ। ਪ੍ਰਕਾਸ਼ ਕੀਤਾ ਗਿਆ। ਗੁਰੂ ਮਹਾਰਾਜ ਜੀ ਨੇ ਆਪ ਚੌਰ ਕੀਤਾ, ਆਪ ਅਰਦਾਸ ਕੀਤੀ, ਆਪ ਇੱਕ ਸ੍ਰੀ ਮੁਖ ਵਾਕ ਪੜ੍ਹਿਆ ਤੇ ਐਲਾਨ ਕੀਤਾ। ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਕਵੀ ਸੋਹਣ ਸਿੰਘ ਜੀ ਨੇ ਬਚਨ ਲਿਖੇ ਨੇ। ਮਮ ਆਗਿਆ ਸਭ ਹੀ ਸੁਣੋ, ਸਤ ਬਾਤ ਨਿਰਧਾਰ, ਗ੍ਰੰਥ ਗੁਰੂ ਸਮ ਮਾਨਿਓ, ਭੇਦ ਨ ਕੋ ਵਿਚਾਰ। ਗੁਰੂ ਵਿੱਚ ਤੇ ਗੁਰੂ ਗ੍ਰੰਥ ਦੇ ਵਿੱਚ ਭੇਦ ਨਹੀਂ ਸਮਝਣਾ। ਅੱਜ ਅਸੀਂ ਮੱਥਾ ਤੇ ਜੀ ਟੇਕਦੇ ਹੀ ਹਾਂ, ਉਹ ਤੇ ਸਾਨੂੰ ਵਿਰਸੇ 'ਚ ਹੀ ਮਿਲਿਆ ਹੈ ਵੀ ਬਚਪਨੇ ਤੋਂ ਹੀ ਜਦੋਂ ਮਾਤਾ ਪਿਤਾ ਨਾਲ ਲੈ ਕੇ ਆਉਂਦੇ ਉਹ ਮੱਥਾ ਟੇਕਦੇ, ਅਸੀਂ ਵੀ ਟੇਕ ਦਿੰਦੇ ਹਾਂ। ਸਾਨੂੰ ਪਤਾ ਪੁਤਾ ਕੋਈ ਨਹੀਂ ਵੀ ਅਸੀਂ ਮੱਥਾ ਕਿਉਂ ਪੈ ਟੇਕਦੇ ਹਾਂ। ਇਹ ਵੀ ਨਹੀਂ ਪਤਾ ਵੀ ਮੱਥਾ ਟੇਕ ਕਿਹਨੂੰ ਰਹੇ, ਇਹ ਵੀ ਨਹੀਂ ਪਤਾ। ਇਹ ਕੌਣ ਹੈ, ਕਿਹਨੂੰ ਮੱਥਾ ਟੇਕਦੇ ਆ, ਕਿਹਦੇ ਅੱਗੇ ਹੱਥ ਜੋੜ ਕੇ ਖਲੋਤੇ ਆ, ਕਿਹਦੇ ਅੱਗੇ ਅਰਦਾਸਾਂ ਕਰਦੇ ਆ, ਕੱਖ ਵੀ ਨਹੀਂ ਪਤਾ। ਕਿਸੇ ਵਿਰਲੇ ਨੂੰ ਛੱਡ ਕੇ ਜੀ, ਸਭਨਾਂ ਦੀ ਗੱਲ ਤੇ ਨਹੀਂ ਆਪਾਂ ਕਰਦੇ। ਵਿਰਲਿਆਂ ਨੂੰ ਛੱਡ ਕੇ ਆ ਸਾਰੀ ਲੁਕਾਈ ਜਿਹੜੀ ਭੀੜਾਂ ਇਕੱਠੀਆਂ ਹੁੰਦੀਆਂ ਨੇ, ਕਿਸੇ ਨੂੰ ਕੱਖ ਨਹੀਂ ਪਤਾ ਹੈ ਕੀ ਇਹ ਮਹਾਨ ਸ਼ਕਤੀ। ਗੁਰੂ ਜੀ ਨੇ ਆਖਿਆ ਸੀ ਇਸ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਮ ਮੰਨਣਾ, ਗੁਰੂ ਜਾਣ ਕੇ ਇਸ ਦੀ ਸੇਵਾ ਕਰਨਾ, ਗੁਰੂ ਜਾਣ ਕੇ ਇਸ ਦੇ ਬਚਨ ਨੂੰ ਮੰਨਣਾ, ਗੁਰੂ ਜਾਣ ਕੇ ਇਹਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ। ਉਸੇ ਹੀ ਰਾਤ ਨੂੰ ਦੋਏ ਜਾਮ ਰਹਿਣ ਗਈ ਤਾਂ ਤਿਆਰੀ ਬਜਾਈ। ਉਹ ਦਿਨ 7 ਅਕਤੂਬਰ ਸੀ ਜੀ, 1708 ਈਸਵੀ ਦੀ ਰਾਤ ਸੀ। ਉਹ ਦਿਨ ਸਵੇਰੇ 8 ਦਾ ਦਿਨ ਚੜ੍ਹਨਾ ਸੀ। ਦੋਏ ਜਾਮ ਰਹਿਣ ਗਈ। ਜਾਮ ਦਾ ਮਤਲਬ ਹੈ ਜੀ 2 ਪਹਿਰ। ਰਹਿਣ ਰਾਤ ਚਲੀ ਗਈ ਤਾਂ ਤਿਆਰੀ ਬਜਾਈ। ਸਤਿਗੁਰੂ ਜੀ ਨੇ ਆਪਣੇ ਸਾਥੀ ਸਿੱਖਾਂ ਨੂੰ ਆਖਿਆ ਵੀ ਆ ਜਾਓ ਸਾਰੇ ਮੇਰੇ ਕੋਲ, ਮੈਂ ਹੁਣ ਚੱਲਿਆ, ਸਮਾਂ ਆ ਗਿਆ। ਸਿੱਖਾਂ ਹੱਥ ਜੋੜ ਕਰ ਬੇਨਤੀ ਪੁੱਛਾਈ। ਸਿੱਖਾਂ ਨੇ ਹੱਥ ਜੋੜੇ ਤੇ ਆਖਿਆ, ਇਹ ਬਚਨ ਜਿਹੜੇ ਭਾਈ ਕੇਸਰ ਸਿੰਘ ਛਿੱਬਰ ਜੀ ਨੇ ਬੰਸਾਵਲੀ ਨਾਮਾਂ 'ਚ ਲਿਖੇ ਹੋਏ ਨੇ। ਸਿੱਖਾਂ ਹੱਥ ਜੋੜ ਕਰ ਬੇਨਤੀ ਪੁੱਛਾਈ, ਪੁੱਛਿਆ ਗਰੀਬ ਨਿਵਾਜ਼, ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ।
ਵੀ ਆ ਜਿੰਨੇ ਅਸੀਂ ਲੋਕ ਹਾਂ ਇੱਥੇ ਵੀ ਤੇ ਪੰਜਾਬ ਭਰ ਵਿੱਚ ਸਾਰੀਆਂ ਥਾਵਾਂ ਤੇ ਜਿੱਥੋਂ ਤੱਕ ਗੁਰੂ ਨਾਨਕ ਮਹਾਰਾਜ ਜੀ ਦੀ ਸਿੱਖੀ ਹੈ ਉਹ ਸਾਰੀ ਤੁਹਾਡੀ ਸੰਗਤ ਹੈ। ਇਸ ਦਾ ਕੀ ਹਵਾਲ ਭਾਵ, ਇਹਨੂੰ ਕਿਹਦੇ ਲੜ ਲਾ ਕੇ ਚੱਲੇ ਹੋ, ਕੌਣ ਕਿਹਦਾ ਪੱਲਾ ਫੜਾ ਕੇ ਚੱਲੇ ਹੋ। ਸਾਨੂੰ ਬਚਨ ਕੀਤਾ, ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ। ਉਸ ਵਾਹਿਗੁਰੂ ਦੇ ਲੜ ਲੱਗੋ, ਮੈਂ ਤੁਹਾਨੂੰ ਉਹਦਾ ਲੜ ਫੜਾ ਕੇ ਚੱਲਿਆ। ਅੱਜ ਜੀ ਸਿੱਖ ਸੰਗਤ ਨੂੰ ਚਾਹੀਦਾ ਹੈ ਆਪਾਂ ਅਕਾਲ ਦੇ ਲੜ ਲੱਗੀਏ ਤੇ ਗੁਰੂ ਦੀ ਰਾਹ ਹੀ ਲੱਗੀਏ। ਗੁਰੂ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇਹ ਪਵਿੱਤਰ ਬਾਣੀ ਸਾਡਾ ਗੁਰੂ ਬਾਣੀ ਹੈ। ਇਸ ਬਾਣੀ ਨੂੰ ਇੰਨਾ ਸਤਿਕਾਰ ਤੇ ਪਿਆਰ ਦੇਣਾ ਹੈ ਜਿੰਨਾ ਜੇ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰੀਰ ਕਰਕੇ ਹੋਣ, ਜਿੰਨਾ ਪਿਆਰ ਤੇ ਸਤਿਕਾਰ ਸਿੱਖ ਉਹਨਾਂ ਨੂੰ ਦਿੰਦੇ ਸਨ, ਓਨਾ ਹੀ ਪਿਆਰ ਤੇ ਸਤਿਕਾਰ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਉਹਨਾਂ ਦੀ ਪਵਿੱਤਰ ਬਾਣੀ ਨੂੰ ਪਿਆਰ ਤੇ ਸਤਿਕਾਰ ਦੇਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ 42 ਕੁ ਸਾਲਾਂ ਦੀ ਉਮਰ ਸਾਡੇ ਨਾਲ ਬਿਤਾਈ ਸੀ ਜੀ। ਉਦੋਂ 42 ਸਾਲਾਂ ਵਿੱਚੋਂ 33 ਸਾਲ ਉਹਨਾਂ ਦੇ ਇਹੋ ਜਿਹੇ ਸਨ ਜਿਹਦੇ ਵਿੱਚ ਉਹ ਸਾਡੇ ਗੁਰੂ ਬਣ ਕੇ ਵਿਚਰੇ। ਤੇ ਜਦੋਂ ਉਹਨਾਂ ਨੇ ਗੁਰੂ ਬਣ ਕੇ ਜ਼ਿੰਮੇਵਾਰੀ ਸੰਭਾਲੀ ਗੁਰੂ ਨਾਨਕ ਸਾਹਿਬ ਦੇ ਘਰ ਦੀ, ਉਹਨਾਂ ਦਾ ਜੀਵਨ ਬੜਾ ਸੰਘਰਸ਼ਮਈ ਜੀਵਨ ਹੈ। ਨਾ ਕਿਤੇ ਇਹਨਾਂ ਜ਼ਾਲਮਾਂ ਨੇ ਉਹਨਾਂ ਨੂੰ ਰਾਤ ਨੂੰ ਟਿਕ ਕੇ ਬਹਿਣ ਦਿੱਤਾ, ਨਾ ਉਹਨਾਂ ਨੂੰ ਦਿਨੇ ਆਰਾਮ ਕਰਨ ਦਿੱਤਾ। ਰਾਤ ਦਿਨ ਉਹਨਾਂ ਦੇ ਪਿੱਛੇ ਪੈ ਗਏ ਤੇ ਪਏ ਹੀ ਰਹੇ ਜਿੰਨਾ ਚਿਰ ਉਹ ਸਰੀਰ ਛੱਡ ਕੇ ਉਹਨਾਂ ਦੀ ਜੋਤ ਅਕਾਲ ਵਿੱਚ ਨਹੀਂ ਲੀਨ ਹੋ ਗਈ। ਉਹਨਾਂ ਚਿਰ ਇਹਨਾਂ ਨੇ ਉਹਨਾਂ ਦਾ ਖਹਿੜਾ ਨਹੀਂ ਛੱਡਿਆ। ਪਰ ਇਹੋ ਜਿਹੇ ਸਮੇਂ ਵਿੱਚ ਵੀ ਕੋਈ ਬੰਦਾ ਸ਼ਾਂਤ ਰਵੇ, ਕੋਈ ਬੰਦਾ ਧੀਰਜ ਵਿੱਚ ਰਵੇ, ਕੋਈ ਬੰਦਾ ਹੌਸਲੇ ਵਿੱਚ ਰਵੇ, ਸੱਚਮੁੱਚ ਹੀ ਜੇ ਉਹਨਾਂ ਨੇ ਆਪ ਨਾ ਆਖਿਆ ਹੁੰਦਾ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰ ਹੈ, ਵੀ ਸਾਨੂੰ ਪਰਮਾਤਮਾ ਨਹੀਂ ਆਖਣਾ। ਇਹ ਤੇ ਗੁਰੂਆਂ ਦਾ ਸ਼ੁਰੂ ਤੋਂ ਹੀ ਵਿਧਾਨ ਰਿਹਾ ਨਾ ਜੀ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਦਾਸ ਅਖਵਾਉਂਦੇ, ਸੇਵਕ ਅਖਵਾਉਂਦੇ, ਨੀਚ ਅਖਵਾਉਂਦੇ, ਢਾਡੀ ਅਖਵਾਉਂਦੇ। ਉਹਨਾਂ ਕਦੇ ਵੀ ਨਾ ਆਖਿਆ ਮੈਂ ਰੱਬ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਇਹੋ ਹੀ ਗੱਲ ਆਖੀ ਸੀ ਕਿ ਸਾਨੂੰ ਰੱਬ ਨਹੀਂ ਆਖਣਾ ਕਿਸੇ ਨੇ। ਸੱਚਮੁੱਚ ਜੇ ਉਹਨਾਂ ਨੇ ਪੂਰਨੇ ਨਾ ਪਾਏ ਹੁੰਦੇ ਤੇ ਆਪਾਂ ਕਦੀ ਸੋਚ ਵੀ ਨਹੀਂ ਸੀ ਸਕਣਾ ਕਿ ਕੋਈ ਆਦਮੀ ਦੀ ਹੈਸੀਅਤ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਕਰ ਸਕਦਾ ਜਿੱਡੇ ਉਹ ਕਰ ਗਏ। ਸੋ ਸੱਚਮੁੱਚ ਹੀ ਮੈਂ ਗੁਰੂ ਮਹਾਰਾਜ ਦੀ ਇਹਨਾਂ ਦੋ ਪੰਕਤੀਆਂ ਨਾਲ ਅੱਜ ਦੀ ਵਿਚਾਰ ਸਮਾਪਤ ਕਰਦਾ ਹਾਂ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਹੈ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗੰਮ ਅਪਾਰ, ਗੁਰ ਕੀ ਮਹਿਮਾ ਅਗੰਮ ਹੈ, ਕਿਆ ਕਥੈ ਕਥਨਹਾਰ। ਕੋਈ ਕਥਨ ਕਰਨ ਵਾਲਾ ਗੁਰੂ ਦੀ ਮਹਿਮਾ ਕਿਵੇਂ ਕਥਨ ਕਰ ਸਕਦਾ? ਪੂਰਨ ਤੌਰ ਤੇ ਕਦੀ ਨਹੀਂ ਹੋ ਪਾਏਗੀ। ਬਸ ਇੰਨਾ ਹੀ ਆਖਣਾ ਬਣਦਾ ਹੈ, ਗੁਰੂ ਧੰਨ ਹੈ, ਗੁਰੂ ਧੰਨ ਹੈ। ਆਓ ਉਹਨਾਂ ਦੇ ਸੱਚੇ ਸਿੱਖ ਬਣੀਏ। ਅੱਜ ਤੁਸੀਂ ਇੰਨੇ ਕੁ ਬਚਨ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਐਤਵਾਰ ਨੂੰ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜਪ ਬਾਣੀ ਵਿੱਚੋਂ ਇੱਕ ਸਿਧਾਂਤ ਲਿਆ ਹੈ ਕਿ ਪਰਮਾਤਮਾ ਤੇ ਉਸ ਦੀ ਕੁਦਰਤ ਬੇਅੰਤ ਹੈ। ਉਸ ਤੇ ਆਪਾਂ ਵਿਚਾਰ ਕਰਾਂਗੇ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।